हरियाणा गुरुद्वारा एक्ट ਨੂੰ ਮਾਨਤਾ ਦੇ ਖਿਲਾਫ ਹਮਲਾਵਰ ਐਸਜੀਪੀਸੀ ਧਾਮੀ ਬੋਲੇ ਇਹ ਖਾਲਸਾ ਪੰਥ ਦੇ ਉੱਤੇ ਬਲੂ ਸਟਾਰ ਤੋਂ ਵੀ ਵੱਡਾ ਹਮਲਾ। ਫੈਸਲਾ ਸੁਣਾਉਣ ਵਾਲੀ ਬੈਂਚ ਦਾ ਇੱਕ ਜੱਜ ਹੈ ਆਰਐਸਐਸ ਦੇ ਨਾਲ ਸੰਬੰਧਿਤ। सीएम मनोहर लाल ਨੂੰ ਮਿਲਿਆ ਹਰਿਆਣਾ ਦੇ ਸਿੱਖਾਂ ਦਾ ਵਫਦ। ਐਚਐਸਜੀਐਮਸੀ ਨੂੰ ਕਾਨੂੰਨੀ ਮਾਨਤਾ ਦਿਵਾਉਣ ਦੇ ਲਈ ਕੀਤਾ ਧੰਨਵਾਦ। ਐਸਜੀਪੀਸੀ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਨੂੰ ਦੱਸਿਆ ਬੇਲੋੜਾ ਵਿਵਾਦ। पंजाब पुलिस ने आईएसआई ਦੇ ਟੈਰਰ ਮੋਡਿਊਲ ਦਾ ਕੀਤਾ ਪਰਦਾਫਾਸ਼। ਵਿਦੇਸ਼ ਦੇ ਵਿੱਚ ਬੈਠੇ ਅੱਤਵਾਦੀ ਲਖਬੀਰ ਲੰਡਾ ਅਤੇ ਹਰਪ੍ਰੀਤ ਹੈਪੀ ਦੇ 2 ਕਰੀਬੀਆਂ ਨੂੰ ਕੀਤਾ ਗਿਆ ਗ੍ਰਿਫਤਾਰ। AK-56 ਰਾਈਫਲ ਬਰਾਮਦ। ਅੰਮ੍ਰਿਤਸਰ ਆਈਈਡੀ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ। ਕਾਰ ਦੇ ਵਿੱਚ ਬੰਬ ਲਗਾਉਣ ਵਾਲਾ ਮੁੱਖ ਮੁਲਜ਼ਮ ਕਾਬੂ। ਅੱਤਵਾਦੀ ਲੰਡਾ ਦੇ ਇਸ਼ਾਰੇ ਤੇ ਕਰ ਰਿਹਾ ਸੀ ਕੰਮ। ਆਈਈਡੀ ਮਾਮਲੇ 'ਚ ਹੁਣ ਤੱਕ 8 ਮੁਲਜ਼ਮਾਂ ਦੀ ਹੋ ਚੁੱਕੀ ਹੈ ਗ੍ਰਿਫਤਾਰੀ। ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਦੇ ਵਿੱਚ ਕਿਸਾਨ ਮੇਲੇ ਦਾ ਕੀਤਾ ਉਦਘਾਟਨ। ਬੋਲੇ ਪਰਾਲੀ ਦੀ ਸਮੱਸਿਆ ਤੋਂ ਕਿਸਾਨ ਪਰੇਸ਼ਾਨ। 2-3 ਦਿਨਾਂ ਦੇ ਅੰਦਰ ਪਰਾਲੀ ਦੇ ਉੱਤੇ ਲਵਾਂਗੇ ਵੱਡਾ ਫੈਸਲਾ। ਕਿਸਾਨਾਂ ਨੇ ਕੁਰੂਕਸ਼ੇਤਰ ਦੇ ਵਿੱਚ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਕੀਤਾ ਜਾਮ। ਪੁਲਿਸ ਦੇ ਲਾਏ ਬੈਰੀਕੇਡ ਤੋੜੇ। ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਤੇ ਕਿਸਾਨਾਂ ਨੇ ਜਾਮ ਕੀਤਾ ਹਾਈਵੇ। ਕੈਪਟਨ ਨੂੰ ਸਿਸਮਾ ਫਾਰਮ ਹਾਊਸ ਤੇ ਅਸ਼ਵਨੀ ਸ਼ਰਮਾ ਦੀ ਅਗਵਾਈ ਦੇ ਵਿੱਚ ਮਿਲਿਆ ਬੀਜੇਪੀ ਦਾ ਵਫਦ। ਕੈਪਟਨ ਨੂੰ ਬੀਜੇਪੀ ਦਫ਼ਤਰ ਆਉਣ ਦਾ ਦਿੱਤਾ ਸੱਦਾ। ਸਾਬਕਾ ਸੀਐਮ ਬੋਲੇ ਤੁਸੀਂ ਪ੍ਰੋਗਰਾਮ ਰੱਖੋ, ਮੈਂ ਹਰ ਪ੍ਰੋਗਰਾਮ ਦੇ ਵਿੱਚ ਹੋਵਾਂਗਾ ਸ਼ਾਮਲ। सत श्री अकाल, स्वागत है गौरव शुक्ला। मैं हाँ तुहाडे नाल हाज़र हाँ तुहाडा पसंदीदा शो लैके फर्क तां पैंदा है लैके। जी हाँ, फर्क तां पैंदा दे विच तुहाडे नाल जुड़ियां पंजाब दे लोकां दे नाल जुड़ियां खबरां असीं सरकार ते प्रशासन तक पहुंचाउण दी कोशिश करदे हां। अज शुरुआत करन जा रहे हां। सब तो पहला गल सैशन दी टेंशन दी। जी हाँ, 22 तरीक वाला सैशन तां रद्द हो चुके हैं। हुण 27 तरीक वाले यानी कि मंगलवार नूं जो सद्दिया गया सैशन उस दे उत्ते भी सस्पेंस बनदा होया नजर आ रहा है। ਇਹ ਵੱਡੀ ਖਬਰ ਹੈ ਕਿਉਂਕਿ ਸੈਸ਼ਨ ਤੋਂ ਪਹਿਲਾਂ ਰਾਜਪਾਲ ਨੇ ਬਿਜ਼ਨਸ ਡਿਟੇਲ ਮੰਗ ਲਈ ਹੈ ਤੇ ਰਾਜਪਾਲ ਨੇ ਵਿਧਾਨ ਸਭਾ ਦੇ ਸਕੱਤਰ ਤੋਂ ਇਹ ਪੂਰੀ ਬਿਜ਼ਨਸ ਡਿਟੇਲ ਮੰਗੀ ਹੈ। ਸੈਸ਼ਨ ਦੀ ਅਪਰੂਵਲ ਤੋਂ ਪਹਿਲਾਂ ਇਹ ਬਿਜ਼ਨਸ ਡਿਟੇਲ ਮੰਗੀ ਗਈ ਹੈ। ਪੰਜਾਬ ਸਰਕਾਰ ਨੇ 27 ਸਤੰਬਰ ਯਾਨੀ ਕਿ ਆਉਂਦੇ ਮੰਗਲਵਾਰ ਨੂੰ ਸੈਸ਼ਨ ਸੱਦਿਆ ਹੈ ਤੇ ਇਸ ਸੈਸ਼ਨ ਦੇ ਜ਼ਰੀਏ ਜੋ ਇਸ ਸਮੇਂ ਜਾਣਕਾਰੀ ਦਿੱਤੀ ਗਈ ਕਿ ਪਰਾਲੀ ਅਤੇ ਬਿਜਲੀ ਦੇ ਮੁੱਦੇ ਉੱਤੇ ਅਸੀਂ ਇਹ ਸੈਸ਼ਨ ਸੱਦ ਰਹੇ ਹਾਂ ਤੇ ਉਧਰ ਰਾਜਪਾਲ ਦੀ ਅਪਰੂਵਲ ਦੀ ਜ਼ਰੂਰੀ ਹੁੰਦੀ ਹੈ। ਅਪਰੂਵਲ ਯਾਨੀ ਕਿ ਮਨਜ਼ੂਰੀ ਤੋਂ ਬਾਅਦ ਹੀ ਸੈਸ਼ਨ ਸੱਦਿਆ ਜਾਂਦਾ ਹੈ ਤੇ ਰਾਜਪਾਲ ਨੇ ਇਸ ਵਾਰ ਮਨਜ਼ੂਰੀ ਦੇਣ ਤੋਂ ਪਹਿਲਾਂ ਇਹ ਪੁੱਛ ਲਿਆ ਕਿ ਬਿਜ਼ਨਸ ਕੀ ਹੋਣਾ ਹੈ, ਕਿ ਬਿਜ਼ਨਸ ਡਿਟੇਲ ਕੀ ਨੇ। ਉਸ ਦਿਨ ਜੋ ਸਪੈਸ਼ਲ ਸੈਸ਼ਨ ਸੱਦਿਆ ਗਿਆ ਉਸ ਦੀਆਂ ਡਿਟੇਲ ਸਾਨੂੰ ਦਿੱਤੀਆਂ ਜਾਣ। ਵਿਧਾਨ ਸਭਾ ਦੇ ਸਕੱਤਰ ਤੋਂ ਇਹ ਮੰਗੀਆਂ ਗਈਆਂ ਨੇ ਡਿਟੇਲਸ। ਦਰਅਸਲ ਇਹ ਪੂਰਾ ਮਾਮਲਾ ਕੀ ਹੈ? ਆਪਰੇਸ਼ਨ ਕਥਿਤ ਆਪਰੇਸ਼ਨ ਲੋਟਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਨੇ ਸਪੈਸ਼ਲ ਸੈਸ਼ਨ ਸੱਦਿਆ ਸੀ ਤੇ ਉਸ ਤੋਂ ਬਾਅਦ ਉਹ ਸੈਸ਼ਨ 22 ਤਰੀਕ ਵਾਲਾ ਰਾਜਪਾਲ ਨੇ ਮਨਜ਼ੂਰੀ ਦੇਣ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਤੇ ਹੁਣ 27 ਤਰੀਕ ਨੂੰ ਦੁਬਾਰਾ ਸੱਦਿਆ ਗਿਆ ਸੈਸ਼ਨ ਜਿਸ ਦੇ ਉੱਤੇ ਸਸਪੈਂਸ ਨਜ਼ਰ ਆ ਰਿਹਾ ਹੈ। ਸਿੱਧਾ ਰੁਕ ਕਰਦੇ ਹਾਂ ਇਸ ਸਮੇਂ ਸਾਡੇ ਨਾਲ ਜਗਦੀਪ ਗੋਲਡੀ ਕੰਬੋਜ ਜੁੜ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ। ਕੰਬੋਜ ਸਾਹਿਬ ਸਵਾਗਤ ਹੈ, ਕਿਵੇਂ ਦੇਖ ਰਹੇ ਹੋ? ਇੱਕ ਵਾਰ ਫਿਰ ਤੋਂ ਡਿਟੇਲ ਮੰਗੀ ਗਈ ਹੈ ਯਾਨੀ ਕਿ 27 ਤਰੀਕ ਵਾਲੀ ਵੀ ਅਪਰੂਵਲ ਅਜੇ ਤੱਕ ਨਹੀਂ ਆਈ ਰਾਜਪਾਲ ਦੇ ਵੱਲੋਂ ਸੈਸ਼ਨ ਦੇ ਲਈ। ਸਰ ਦੇਖੋ, ਇਹ ਲੋਕਤੰਤਰ ਅਧਿਕਾਰੀ ਦਾ ਹੱਕ ਹੈ ਪੰਜਾਬ ਦੀ ਸਰਕਾਰ ਦਾ ਵੀ ਸੈਸ਼ਨ ਬੁਲਾਉਣਾ। ਐਡਾ ਵੱਡਾ ਇਸ਼ੂ ਹੈ ਪੰਜਾਬ ਦਾ ਜੀ, ਪਰ ਆਪਾਂ ਇਹਦੇ ਜੀ ਪਹਿਲਾਂ ਪਰਮਿਸ਼ਨ ਦੇਣੀ, ਫਿਰ 2-4 ਬੰਦਿਆਂ ਦੇ ਕਹਿਣ ਤੇ ਕੈਂਸਲ ਕਰ ਦੇਣੀ। ਉਹ ਨਵੇਂ ਉਹਦੇ ਤੇ ਅੜਿੱਕੇ ਪਾ ਕੇ ਰੱਖਣੇ। ਦੈਟ ਮੀਨਸ ਇਹ ਤੋਂ ਕਲੀਅਰ ਹੈ ਵੀ ਕੋਈ ਨਾ ਕੋਈ ਇੰਡੀਕੇਸ਼ਨ ਤਾਂ ਹੈ ਵੀ ਪੰਜਾਬ ਦੀ ਜਿਹੜੀ ਜਨਤਾ ਲੋਕਾਂ ਨੇ ਚੁਣ ਕੇ ਸਰਕਾਰ ਬਣਾਈ ਹੈ ਉਹਨੂੰ ਰੋਕਣਾ ਕਿਸੇ ਤਰੀਕੇ ਜਾਂ ਲੋਕਾਂ ਸਾਹਮਣੇ ਜਗ ਜ਼ਾਹਿਰ ਕਰਨਾ ਵੀ ਜੋ ਹਾਲਾਤ ਬੀਜੇਪੀ ਸੈਂਟਰ ਸਰਕਾਰ ਕਰ ਰਹੀ ਉਹ ਜਗ ਜ਼ਾਹਿਰ ਨਾ ਹੋ। ਪਰ ਕੋਈ ਗੱਲ ਨਹੀਂ, ਜੋ ਗਵਰਨਰ ਸਾਹਿਬ ਨੇ ਮੰਗਿਆ ਉਹਨਾਂ ਨੂੰ ਮਿਲੇਗਾ। ਜਿਹੜੀ ਉਹਨਾਂ ਨੂੰ ਡਿਟੇਲ ਮਿਲੀ ਹੈ ਸੈਕਟਰੀ ਸਾਹਿਬ ਦੇ ਦੇਣਗੇ, ਉਹਦੇ 'ਚ ਕੋਈ ਦਿੱਕਤ ਨਹੀਂ। ਗੋਲਡੀ ਜੀ, ਤੁਹਾਨੂੰ ਲੱਗ ਰਿਹਾ ਕਿ ਹੁਣ ਵੀ ਜਿਹੜੀ ਡਿਟੇਲ ਮੰਗੀ ਗਈ ਹੈ ਇਸ ਸੈਸ਼ਨ ਨੂੰ ਟਾਲਣ ਵਾਲਾ ਇੱਕ ਕਦਮ ਤੁਹਾਨੂੰ ਲੱਗ ਰਿਹਾ ਇਸ ਸਮੇਂ ਆਮ ਆਦਮੀ ਪਾਰਟੀ? ਦੇਖੋ, ਆਮ ਆਦਮੀ ਪਾਰਟੀ ਨੇ ਸਿੰਪਲੀ ਕਿਹਾ ਵੀ ਜਿਹੜਾ ਸੈਸ਼ਨ ਬੁਲਾਉਣਾ ਚਾਹੀਦਾ ਹੈ, ਪਰ ਗਵਰਨਰ ਸਾਹਿਬ ਆਈ ਥਿੰਕ ਹਿਸਟਰੀ 'ਚ ਪਹਿਲੀ ਵਾਰੀ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਵੀ ਇਹ ਹਾਲਾਤ ਬਣ ਗਏ ਵੀ ਗਵਰਨਰ ਸਾਹਿਬ ਨੂੰ ਇੰਨਾ ਜ਼ਿਆਦਾ ਇਨਵੋਲਵਮੈਂਟ ਕਰਨੀ ਪਈ ਜੀ। ਪਰ ਮੈਂ ਸਮਝਦਾ ਇਹ ਲੋਕਤੰਤਰ ਦਾ ਇਦੋਂ ਵਧੀਆ ਕੀ ਕਾਰਨ ਹੋ ਸਕਦਾ ਹੈ ਵੀ ਕਿਤੇ ਸਰਕਾਰ 92 ਐਮਐਲਏ ਇੱਕ ਸਾਈਡ ਹੋਣ ਜੀ, ਪਰ ਉਹਨਾਂ ਦੀ ਗੱਲ ਮੰਨੀ ਨਾ ਜਾਵੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਉੱਥੇ ਸੈਸ਼ਨ। ਗੋਲਡੀ ਯਾਰ ਕੀ ਹੈ ਗਵਰਨਰ ਸਾਹਿਬ ਨੂੰ ਸਮਝ ਨਹੀਂ
ਗੋਲਡੀ ਨਾਲ ਰਹੋ, ਮੇਰੇ ਨਾਲ ਫੋਨ ਦੇ ਉੱਤੇ ਰਹੋ ਪਲੀਜ਼। ਤੇ ਸਾਡੇ ਨਾਲ ਇਸ ਸਮੇਂ ਰਾਜਕੁਮਾਰ ਵਿਰਕਾ ਜੁੜ ਰਹੇ ਨੇ, ਬੀਜੇਪੀ ਦੇ ਆਗੂ ਨੇ, ਸਾਬਕਾ ਮੰਤਰੀ ਨੇ ਪੰਜਾਬ ਦੇ ਵਿੱਚ। ਵਿਰਕਾ ਸਾਹਿਬ, ਆਮ ਆਦਮੀ ਪਾਰਟੀ ਸਵਾਲ ਚੁੱਕ ਰਹੀ ਹੈ ਕਿ ਆਖਿਰ ਮਨਜ਼ੂਰੀ ਦੇਣ ਤੋਂ ਕਿਉਂ ਕਿੰਤੂ ਪਰੰਤੂ ਕੀਤਾ ਜਾ ਰਿਹਾ ਹੈ, ਕਿ ਜ਼ਹਿਨ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਉਂਦਾ ਹੈ ਕਿ ਇੱਕ ਵਾਰੀ ਫਿਰ ਤੋਂ ਸੈਸ਼ਨ ਨੂੰ ਲੈ ਕੇ ਅਪਰੂਵਲ ਦੇ ਉੱਤੇ ਕੋਈ ਕੁੰਡੀ ਫਸਾਉਣ ਦੀ ਕੋਸ਼ਿਸ਼ ਹੈ। ਦੇਖੋ, ਪਹਿਲੀ ਗੱਲ ਹੈ ਕਿ ਇਹ ਖੁਦ ਹੀ ਸ਼ੱਕ ਦੇ ਘੇਰੇ ਦੇ ਵਿੱਚ ਹੈ ਔਰ ਵਿਧਾਨ ਸਭਾ ਲੋਕ ਭਾਈ ਦੇ ਕੰਮਾਂ ਵਾਸਤੇ ਹੁੰਦੀ ਹੈ ਤੇ ਉੱਥੇ ਕਾਨੂੰਨ ਬਣਦੇ ਹੈ, ਉੱਥੇ ਲੋਕਾਂ ਦੀ ਡਿਵੈਲਪਮੈਂਟ ਵਾਸਤੇ, ਲੋਕਾਂ ਦੇ ਚੰਗੇ ਕੰਮਾਂ ਵਾਸਤੇ ਇਹ ਜਿਹੜੇ ਕੰਮ ਕਰਨਾ ਚਾਹੁੰਦੇ ਹੈ ਕਿ ਆਪਣੇ ਐਮਐਲਏ ਦੀ ਅਗਨੀ ਪ੍ਰੀਖਿਆ ਲੈਣਾ ਚਾਹੁੰਦੇ ਜੀ ਵੀ ਤੁਸੀਂ ਉੱਥੇ ਆ ਪ੍ਰੂਵ ਕਰੋ ਕਿ ਤੁਸੀਂ ਕੇਜਰੀਵਾਲ ਦੇ ਵਫਾਦਾਰ ਸਿਪਾਹੀ ਹੋ, ਤੁਸੀਂ ਆਮ ਆਦਮੀ ਪਾਰਟੀ ਦੇ ਵਫਾਦਾਰ ਸਿਪਾਹੀ ਹੋ। ਬਈ ਇਹ ਕੰਮਾਂ ਵਾਸਤੇ ਤੇ ਜਿਹੜੀ ਪਾਰਟੀ ਦੇ ਦਫ਼ਤਰ ਹੁੰਦੇ ਆ ਜਾਂ ਤੁਹਾਡੇ ਪ੍ਰਾਈਵੇਟ ਕੰਮ ਹੈਗੇ ਆ ਉੱਥੇ ਕਰਨੇ ਚਾਹੀਦੇ। ਇਹ ਵਿਧਾਨ ਸਭਾ ਦਾ ਬਿਜ਼ਨਸ ਕਦੋਂ ਹੋਇਆ ਕਦੀ? ਲੇਕਿਨ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਇਹ ਨਵੀਂ ਪਰੰਪਰਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਗੈਰ ਸੰਵਿਧਾਨਕ ਤਰੀਕੇ ਦੀ, ਔਰ ਮੈਂ 25 ਸਾਲ ਤੋਂ ਵਿਧਾਨ ਸਭਾ ਔਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਵੀ ਇਹ ਕਰਨਾ ਕੀ ਚਾਹੁੰਦੇ ਆ। ਤੁਹਾਨੂੰ ਆਪਣੇ ਐਮਐਲਏ ਦੇ ਸ਼ੱਕ ਆ, ਤੁਸੀਂ ਆਪਣੇ ਐਮਐਲਏ ਦੇ ਕੋਲੋਂ ਆਪਣਾ ਬਹੁਮਤ ਸਾਬਤ ਕਰਾਉਣਾ ਚਾਹੁੰਦੇ ਹੋ। ਤੁਸੀਂ ਕੋਈ ਕਾਂਗਰਸ ਬਹੁਮਤ ਸਾਬਤ ਕਰਾ ਰਹੇ, ਤੁਸੀਂ ਅਕਾਲੀ ਦਲ ਕੋ ਨਹੀਂ ਕਰਾਉਣਾ ਚਾਹੁੰਦੇ, ਤੁਸੀਂ ਬੀਜੇਪੀ ਕੋ ਬਣਾਉਣਾ ਨਹੀਂ ਚਾਹੁੰਦੇ, ਤੁਸੀਂ ਖੁਦ ਆਪਣਾ ਬਹੁਮਤ ਸਾਬਤ ਕਰਨਾ ਚਾਹੁੰਦੇ ਹੋ ਤੇ ਆਪਣੇ ਘਰ ਕਰ ਲਓ ਭਾਈ ਜਾ ਕੇ ਜੀ। ਇਹ ਕਿਹੜਾ ਤਰੀਕਾ ਆ? ਇਹ ਕਿਹੜੀ ਨਿਯਮਾਵਲੀ ਹੈ? ਇਹ ਕਿਹੜਾ ਲਾ ਆ? ਕਿਹੜਾ ਕਾਨੂੰਨ ਆ? ਵੀ 70 ਸਾਲਾਂ ਤੇ ਕਦੀ ਦੇਖਿਆ ਨਹੀਂ ਗਿਆ ਕੋਈ ਜਿਹਾ ਲਾ ਹੋਵੇ, ਕੋਈ ਕਾਨੂੰਨ ਹੋਵੇ। ਇਸੇ ਲਈ ਗਵਰਨਰ ਸਾਹਿਬ ਨੇ ਇਹ ਕਿਹਾ ਕਿ ਭਾਈ ਤੁਸੀਂ ਪਹਿਲੇ ਇਹ ਦੱਸੋ ਕਿ ਤੁਸੀਂ ਹੁਣ ਫਿਰ ਇਹ ਸੈਸ਼ਨ ਉਸੇ ਕੰਮ ਸੱਦਣਾ ਚਾਹੁੰਦੇ ਹੋ ਜਾਂ ਭਾਈ ਤੁਹਾਡਾ ਕੋਈ ਬਿਜ਼ਨਸ ਹੈ? ਚਲੋ ਮੈਂ ਜਵਾਬ ਲੈਣਾ ਸਾਡੇ ਨਾਲ, ਬਿਜ਼ਨਸ ਦੀ ਡਿਟੇਲ ਦਿਓ ਜੀ। ਜੀ ਮੈਂ ਵਿਰਕਾ ਸਾਹਿਬ ਤੁਹਾਡੇ ਕੋਲ ਆਣਾ, ਮੈਂ ਗੋਲਡੀ ਜੀ ਦਾ ਇੱਕ ਰਿਐਕਸ਼ਨ ਲੈਣਾ। ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਜੁੜੇ ਹੋਏ ਨੇ। ਗੋਲਡੀ ਕਹਿੰਦੇ ਤੁਸੀਂ ਜਿਹੜੀਆਂ ਰਵਾਇਤਾਂ ਸੀ ਉਸ ਤੋਂ ਵੱਖਰੀ ਤੁਰ ਪਏ, ਇਸ ਕਰਕੇ ਰਾਜਪਾਲ ਨੂੰ ਇਹ ਕਰਨਾ ਪਿਆ। ਗੌਰਵ ਜੀ, ਵੇਰਕਾ ਜੀ ਨੂੰ ਯਾਦ ਕਰਾਉਣਾ, ਸ਼ਾਇਦ ਇਹ ਰਵਾਇਤਾਂ ਇਹਨਾਂ ਨੇ ਸਟਾਰਟ ਕਰੀਆਂ। ਤੜਕੇ 4 ਵਜੇ ਸੈਸ਼ਨ ਬੁਲਾ ਲੈਂਦੇ ਆ, ਰਾਤ ਨੂੰ 12 ਵਜੇ ਸੈਸ਼ਨ ਬੁਲਾ ਲੈਂਦੇ ਆ। ਇਹ ਨਵੀਂ ਪਾਰਟੀ 'ਚ ਗਏ ਆ, ਸ਼ਾਇਦ ਇਹਨਾਂ ਨੂੰ ਇਤਿਹਾਸ ਵਾਲੇ ਪੂਰਾ ਪਤਾ ਨਹੀਂਗਾ ਵੀ ਬੀਜੇਪੀ ਕੀ ਕਰਦੀ ਹੁਣ ਤਾਈਂ। ਕਰਨਾਟਕਾ 'ਚ ਕੀ ਕਰਿਆ, ਮਹਾਰਾਸ਼ਟਰ 'ਚ ਕੀ ਕਰਿਆ। ਜਿਹੜੀ ਸਟੇਟ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਬਣੀ, ਉਸੇ ਸਟੇਟ ਦੇ ਵਿੱਚ ਖਰੀਦਾ ਫਰੋਖਤ ਕਰਕੇ ਰਾਤ ਨੂੰ 12 ਵਜੇ ਸੈਸ਼ਨ ਬੁਲਾ ਸਕਦੇ ਹੈ। ਪਰ ਅੱਜ ਜਦੋਂ ਪੰਜਾਬ ਦੇ ਲੋਕਾਂ ਨੇ ਮਿਸ਼ਨ ਲੋਟਸ, ਆਮ ਆਦਮੀ ਪਾਰਟੀ ਨੇ ਇਹਨਾਂ ਦਾ ਮਿਸ਼ਨ ਲੋਟਸ ਫੇਲ ਕਰਤਾ, ਉਹਦਾ ਜੱਜ ਗਾਈਡ ਕਰਨਾ ਸੀ, ਦੁਨੀਆ ਨੂੰ ਪਤਾ ਲੱਗੇ, ਉਹਦੇ ਸੈਸ਼ਨ ਬਣ ਲੱਗੇ, ਇੰਨੀ ਕਿੰਤੂ ਪਰੰਤੂ ਕੀਤੀ ਜਾ ਰਹੀ ਹੈ। ਸੋ ਵੇਰਕਾ ਸਾਹਿਬ ਤੋਂ ਇਹਦਾ ਵੀ ਜਵਾਬ ਲੈ ਲਓ ਵੀ 12 ਵਜੇ ਕਿਵੇਂ ਸੈਸ਼ਨ ਬੁਲਾਇਆ ਜਾਂਦਾ ਹੈ। ਜਵਾਬ ਦਿਆਂ ਵਿਰਕਾ ਜੀ, ਜਵਾਬ ਦਿਆਂ ਵਿਰਕਾ ਜੀ। ਮੇਨਲੀ ਗੱਲ ਹੈ ਕਿ ਲੋਟਸ ਜਿਹੜਾ ਤੁਸੀਂ ਕਹਿ ਰਹੇ ਹੋ ਬਈ ਮਿਸ਼ਨ, ਇਹ ਪ੍ਰੂਵ ਕਿੰਨੇ ਕੀਤਾ? ਇਹ ਕਿੱਥੇ ਪ੍ਰੂਵ ਹੋਇਆ? ਇਹ ਕਿੰਨੇ ਸ਼ੁਰੂ ਕੀਤਾ? ਇਹਦੇ ਨਾਂ ਕਿੱਥੇ ਹੈ? ਇਹਦੀ FIR ਕਿੱਥੇ ਹੈ? ਇਹਦੇ ਵਿੱਚ ਬੰਦੇ ਕਿਹੜੇ ਹੈ? ਅਸੀਂ ਕਹਿੰਦੇ ਅਰੈਸਟ ਕਰੋ, ਤੁਸੀਂ ਕਹਿੰਦੇ ਕਿ 1350 ਕਰੋੜ ਰੁਪਈਆ ਪੰਜਾਬ 'ਚ ਆ ਚੁੱਕਿਆ ਹੈ ਤੇ ਫੜ ਲਓ ਭਾਈ ਕਿਹੜੀ ਜਗ੍ਹਾ ਤੇ ਆ ਚੁੱਕਾ ਹੈ। ਤੁਸੀਂ ਕਰਨ ਕਿਹੜੇ ਹੋ? ਲੇਕਿਨ ਤੁਸੀਂ ਡਰਾਮਾ ਕਰਨਾ ਚਾਹੁੰਦੇ ਹੋ, ਤੁਸੀਂ ਨਾਟਕ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਐਮਐਲਏ ਦੀ ਅਗਨੀ ਪ੍ਰੀਖਿਆ ਲੈਣਾ ਚਾਹੁੰਦੇ ਹੋ। ਤੇ ਮੈਂ ਇਹ ਗੱਲ ਕਹਿ ਰਿਹਾ ਕੇਜਰੀਵਾਲ ਆਪਣੇ ਘਰ ਜਾ ਕੇ ਕਰ ਲਵੇ ਉਹਨਾਂ ਦੀ ਅਗਨੀ ਪ੍ਰੀਖਿਆ ਨਾ। ਤੇ ਇੱਥੇ ਪੰਜਾਬ ਦੇ ਵਿਧਾਨ ਸਭਾ ਦੇ ਅੰਦਰ ਇਹ ਮੈਂ ਸਮਝਦਾ ਗੈਰ ਸੰਵਿਧਾਨਿਕ, ਗੈਰ ਕਾਨੂੰਨੀ ਕੰਮ ਨਹੀਂ ਕਰਨਾ ਚਾਹੀਦਾ। ਇਹ ਕਿਸੇ ਨੂੰ ਵੀ ਰਾਈਟ ਨਹੀਂ ਹੈ ਇਹਨੂੰ ਇਹ ਕਾਨੂੰਨ ਸ਼ਿਕਾਇਤ ਕਰਨ ਦਾ। ਮੈਂ ਇਹ ਗੱਲ ਕਹਿ ਰਿਹਾ ਕਿ ਫਿਰ ਤੁਸੀਂ ਵਿਧਾਨ ਸਭਾ ਬਹੁਤ ਨਹੀਂ ਦੇਖੀ ਹੈ, ਮੈਂ ਸਾਰੀ ਵਿਧਾਨ ਸਭਾ ਦੇਖ ਚੁੱਕਾ ਹਾਂ, ਇਹਨੇ ਸਾਲਾਂ ਤੋਂ ਵਿਧਾਨ ਸਭਾ ਦੇ ਵਿੱਚ ਆ। ਲੇਕਿਨ ਮੇਰੀ ਤੁਹਾਨੂੰ ਹੰਬਲ ਰਿਕੁਐਸਟ ਹੈ ਕਿ ਭਾਈ ਵਿਧਾਨ ਸਭਾ ਦਾ ਬਿਜ਼ਨਸ ਲੋਕ ਭਲਾਈ ਦਾ ਬਿਜ਼ਨਸ ਹੈ, ਕਾਨੂੰਨ ਬਣਾਉਣ ਦਾ ਬਿਜ਼ਨਸ ਹੈ, ਚੰਗੇ ਕੰਮਾਂ ਦਾ ਬਿਜ਼ਨਸ ਹੈ। ਤੁਸੀਂ ਉਹ ਬਿਜ਼ਨਸ ਇੱਥੇ ਕਰੋ। ਆਪਣੀ ਐਮਐਲਏ ਦੀ ਗਿਣਤੀ ਪੂਰੀ ਕਰਵਾਉਣਾ ਚਾਹੁੰਦੇ ਹੋ, ਆਪਣੇ ਘਰ ਕਰ ਲਓ ਨਾ। ਤੈਨੂੰ ਚੈਲੰਜ ਕਿ ਨਹੀਂ ਕੀਤਾ ਹੀ ਜਾਂ ਕਿਹਨੇ ਚੈਲੰਜ ਕੀਤਾ? ਕਿਸੇ ਪਾਰਟੀ ਨੇ ਗਿਣਤੀ ਮੰਗੀ? ਵਿਰੋਧੀ ਲਗਾਤਾਰ ਗੋਲਡੀ ਜੀ ਇਹੀ ਸਵਾਲ ਚੁੱਕ ਰਹੇ ਨੇ ਕਿ ਚੈਲੰਜ ਤਾਂ ਕਿਸੇ ਨੇ ਕੀਤਾ ਨਹੀਂ 92 ਦੀ ਫਿਗਰ ਨੂੰ ਲੈ ਕੇ ਕਿ ਤੁਹਾਡੇ ਕੋਲ ਹਟ ਨਹੀਂ ਹੈ, ਤੁਸੀਂ ਉਸ ਨੂੰ ਲੈ ਕੇ ਸੈਸ਼ਨ ਸੱਦ ਲਿਆ ਜੋ ਕਿ ਰਵਾਇਤ ਜਾਂ ਫਿਰ ਕਾਨੂੰਨ ਦੇ ਮੁਤਾਬਿਕ ਨਹੀਂ ਸੀ। ਵਿਰਕਾ ਸਾਹਿਬ ਬਹੁਤ ਬਹੁਤ ਧੰਨਵਾਦ। ਗੋਲਡੀ ਮੈਂ ਤੁਹਾਡੇ ਤੋਂ ਰਿਐਕਸ਼ਨ ਲਵਾਂਗਾ, ਪਲੀਜ਼ ਮੇਰੇ ਨਾਲ ਰਹੋ। ਸਾਡੇ ਨਾਲ ਇਸ ਵਿਚਾਲੇ ਮਨਜਿੰਦਰ ਸਿੰਘ ਸਿਰਸਾ ਜੀ ਜੁੜ ਰਹੇ ਨੇ, ਬੀਜੇਪੀ ਆਗੂ। ਸਿਰਸਾ ਸਾਹਿਬ, ਜਿਹੜੇ ਰਾਜਪਾਲ ਨੇ ਉਹਨਾਂ ਨੇ 27 ਤਰੀਕ ਵਾਲੇ ਸੈਸ਼ਨ
ਨੂੰ ਲੈ ਕੇ ਵੀ ਬਿਜ਼ਨਸ ਦੀ ਡਿਟੇਲ ਮੰਗੀ ਹੈ ਵਿਧਾਨ ਸਭਾ ਸਕੱਤਰ ਤੋਂ, ਤਾਂ ਉਸ ਦੇ ਉੱਤੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕਿੰਤੂ ਪਰੰਤੂ ਕੀਤਾ ਜਾ ਰਿਹਾ ਸੈਸ਼ਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਜੋ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਵੱਲੋਂ ਸੱਦਿਆ ਗਿਆ। ਜੀ ਦੇਖੋ, ਮੈਂ ਤੁਹਾਨੂੰ ਇੱਕ ਜ਼ਰੂਰ ਦੱਸਣਾ ਚਾਹੁੰਦਾ ਹੈ ਕਿ ਪਹਿਲਾਂ ਤੇ ਕੋਈ ਵੀ ਸੈਸ਼ਨ ਅੱਜ ਤੱਕ ਜਿਹੜਾ ਬੁਲਾਇਆ ਗਿਆ ਹੈ ਜੀ ਦੇਸ਼ ਦੇ ਇਤਿਹਾਸ ਦੇ ਅੰਦਰ ਇੱਕ ਸੈਸ਼ਨ ਦਿਖਾ ਦਿਓ ਜਿਹੜਾ ਬਿਨਾਂ ਬਿਜ਼ਨਸ ਦੇ ਚਿੱਠੀ ਕੱਢੀ ਗਈ ਹੋ। ਮੈਂ ਵੀ 2 ਵਾਰ MLA ਰਿਹਾ ਔਰ ਮੈਂ ਸਾਰੇ ਇਸ ਬਿਜ਼ਨਸ ਰੂਲਸ ਨੂੰ ਸਮਝਦਾ ਹਾਂ। ਪਹਿਲੀ ਗੱਲ ਤੁਹਾਡੀ ਜਾਣਕਾਰੀ ਵਾਸਤੇ, ਮੰਨ ਲਓ ਕਿ ਵਿਪਕਸ਼ ਦਾ ਮੈਂ MLA ਹੋਵਾਂ, ਮੇਰੇ ਕੋਲ ਬਿਜ਼ਨਸ ਰੂਲ ਅਗਰ ਆਊਗਾ ਹੀ ਤੇ ਮੈਨੂੰ ਪਤਾ ਹੀ ਨਹੀਂ ਹੋਊਗਾ ਕਿ ਮੈਂ ਜਾਣਾ ਕਾਹਦੇ ਲਈ ਵਿਧਾਨ ਸਭਾ 'ਚ, ਕਿਸ ਚੀਜ਼ ਦੀ ਤਿਆਰੀ ਕਰਕੇ ਜਾਣਾ। ਇਸ ਕਰਕੇ ਇਹਨੂੰ ਕਿਹਾ ਜਾਂਦਾ ਬਿਜ਼ਨਸ ਰੂਲ, ਜਿਹੜੇ ਕਿ ਸਾਨੂੰ ਪਹਿਲਾਂ ਭੇਜੇ ਜਾਂਦੇ ਆ। ਇਹ ਸਪੀਕਰ ਸਾਹਿਬ ਨੂੰ ਆਪਣੇ ਗਵਰਨਰ ਸਾਹਿਬ ਨੂੰ ਭੇਜਿਆ ਜਾਂਦਾ ਕਿ ਆਹ ਅਸੀਂ ਬਿਜ਼ਨਸ ਕਰਨ ਵਾਸਤੇ, ਆਹ ਚਰਚਾ ਕਰਾਉਣ ਵਾਸਤੇ ਅਸੀਂ ਬੁਲਾ ਰਹੇ ਹਾਂ। ਉਹਦੀਆਂ ਕਾਪੀਆਂ MLA ਨੂੰ ਭੇਜੀਆਂ ਜਾਂਦੀਆਂ ਨੇ। ਤਾਂ ਮੈਨੂੰ ਲੱਗਦਾ ਕਿ ਇਹਨਾਂ ਨੇ ਜਾਣ ਬੁੱਝ ਕੇ ਇਹ ਕੰਮ ਕੀਤਾ ਹੈ ਤਾਂ ਕਿ ਗਵਰਨਰ ਸਾਹਿਬ ਇਹ ਸਵਾਲ ਪੁੱਛਣਗੇ ਅਸੀਂ ਹਵਾ ਮਚਾਵਾਂਗੇ। ਦੇਖੋ ਜੀ, ਹੁਣ ਤੁਹਾਨੂੰ ਸਵਾਲ ਪੁੱਛ ਲਿਆ, ਸਵਾਲ ਤਾਂ ਪੁੱਛਿਆ ਕਿਉਂਕਿ ਤੁਸੀਂ ਸਵਾਲ ਦਾ ਜਵਾਬ ਭੇਜਿਆ ਨਹੀਂਗਾ ਤੇ ਉਹਨਾਂ ਨੇ ਪੁੱਛਣਾ ਹੀ ਸੀਗਾ। ਅੱਜ ਤੁਸੀਂ ਇਹ ਕਹਿ ਦੇਣ ਜੀ ਮੇਰੀ ਗੱਲ ਗਲਤ ਆ ਕਿ ਕੋਈ ਵੀ ਸੈਸ਼ਨ ਅੱਜ ਤੱਕ ਬੁਲਾਇਆ ਗਿਆ ਹੋਵੇ, ਪਹਿਲੀ ਗੱਲ। ਦੂਜੀ ਗੱਲ, ਦੇਖੋ ਪੰਜਾਬ ਦੇ ਕਿੰਨੇ ਮਸਲੇ ਖੜੇ ਨੇ ਅੱਜ। ਜੋ ਨਸ਼ਿਆਂ ਦਾ ਮਸਲਾ ਉਹ ਤੁਹਾਡੇ ਸਾਹਮਣੇ ਖੜਾ ਹੈ, ਚਲੋ ਬੇਰੁਜ਼ਗਾਰੀ ਦਾ ਇੱਕ ਮਸਲਾ ਤੁਹਾਡੇ ਸਾਹਮਣੇ ਖੜਾ, ਔਰ ਸਭ ਤੋਂ ਇੰਪੋਰਟੈਂਟ ਮਸਲਾ ਸਾਹਮਣੇ ਖੜਾ ਹੈ ਪੰਜਾਬ ਦੇ ਅੰਦਰ। ਮਾਨ ਸਾਹਿਬ ਉੱਥੇ ਸਟੇਟਮੈਂਟ ਦੇ ਕੇ ਆਏ ਨੇ ਕਿ ਅਸੀਂ ਪਾਣੀ ਦਾ ਫੈਸਲਾ ਕਰਾਂਗੇ। ਇੰਨਾ ਵੱਡਾ ਸੁਪਰੀਮ ਕੋਰਟ ਸਾਨੂੰ ਸਵਾਲ ਪੁੱਛਦੀ ਪਈ ਆ, ਤੁਸੀਂ ਉਹਦੇ ਤੇ ਸੈਸ਼ਨ ਬੁਲਾ। ਆਪਣੇ ਕੋਲ ਇੰਨੇ ਸਾਰੇ ਕੰਮ ਕਰਨ ਨੂੰ ਆ, ਕਿਸ ਗੱਲ ਦੇ ਝਗੜੇ 'ਚ ਪੈ ਗਏ ਜੀ। ਕਹਿੰਦੇ ਇਸ ਵਾਰ ਤਾਂ ਅਸੀਂ ਬਿਜਲੀ ਪਰਾਲੀ ਤੇ ਬੁਲਾਇਆ। ਇਹ ਅੱਛੀ ਗੱਲ ਆ, ਮੈਂ ਕਹਿੰਦਾ ਮੈਨੂੰ ਕੋਈ ਅਰਜ਼ ਨਹੀਂ। ਮੈਂ ਤਾਂ ਪਹਿਲਾਂ ਵੀ ਚਾਹੁੰਦਾ ਸੀ ਕਿ ਇਹਨਾਂ ਨੂੰ ਸੈਸ਼ਨ ਇੱਥੇ ਪੰਜਾਬ ਦੇ ਕੰਮ ਲਈ ਬੁਲਾਉਣ, ਔਰ ਬਿਜਲੀ ਤੇ ਬੁਲਾਇਆ ਅੱਛੀ ਗੱਲ ਆ, ਪਰਾਲੀ ਤੇ ਬੁਲਾਇਆ ਉਹ ਵੀ ਅੱਛੀ ਗੱਲ ਆ। ਪੰਜਾਬ ਦੇ ਮੁੱਦੇ ਡਿਸਕਸ ਹੋਣਗੇ ਔਰ ਬਿਜ਼ਨਸ ਰੂਲਸ ਫਿਰ ਭੇਜ ਦਿੰਦੇ। ਗਵਰਨਰ ਸਾਹਿਬ ਨੇ ਤਾਂ ਇਹ ਪੁੱਛਿਆ ਨਾ ਵੀ ਤੁਸੀਂ ਕਿਹੜੇ ਦਾ। ਦੂਜੀ ਗੱਲ, 92 MLA ਤੁਹਾਡੇ ਆ, ਕਿਉਂ ਆਪਾਂ ਜਲੂਸ ਕੱਢਦੇ ਪਏ, ਪੰਜਾਬ ਦਾ ਨੁਕਸਾਨ ਕਰ ਰਹੇ, ਟਕਰਾਅ ਚ ਸਰਕਾਰ ਦੇ ਜ਼ਬਰਦਸਤੀ ਆ ਰਹੇ, ਕੋਈ ਲੈਣਾ ਨਹੀਂ ਦੇਣਾ ਨਾ ਤੁਹਾਨੂੰ ਕੋਈ ਕਹਿ ਰਿਹਾ। ਜੇ ਤੁਹਾਡੇ MLA ਕਿਸ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਆ ਭਾਈ, ਉਹਦਾ ਸਬੂਤ ਦੇ ਦਿਓ, ਅਸੀਂ ਵੀ ਤੁਹਾਡੇ ਨਾਲ ਆ ਕੇ ਖੜੇ ਹੋਵਾਂਗੇ, ਉਸ ਪ੍ਰੋਟੈਸਟ ਤੁਹਾਡੇ ਨਾਲ ਜਾਵਾਂਗੇ। ਜੇ BJP ਦਾ ਲੀਡਰ ਹੋਊਗਾ ਤਾਂ ਵੀ ਜਾ ਕੇ ਤੁਹਾਡੇ ਨਾਲ ਚੱਲ ਕੇ ਜਾਵਾਂਗੇ ਕਿ ਦੇਖੋ ਜੀ ਇਹ ਪੁਰਾਣੇ ਬੰਦੇ ਨੇ MLA ਖਰੀਦਣ ਦੀ। ਨਾ ਤੁਸੀਂ ਕੋਈ ਵੀਡੀਓ ਦੇਣ ਨੂੰ ਤਿਆਰ ਨਾ, ਔਰ ਠੀਕ ਹੈ ਚਲੋ ਮੈਂ ਸਿਰਸਾ ਹੀ ਮੇਰੇ ਨਾਲ ਰਹੋ ਆਪਾਂ। ਯਾਰ ਇਹ ਕੋਈ ਚੰਗੀ ਗੱਲ ਥੋੜਾ ਹੈ ਕਿ ਇਸ ਤਰ੍ਹਾਂ ਚਲੋ ਜਵਾਬ ਲੈ ਲਈਏ। ਗੋਲਡੀ ਕੰਬੋਜ ਸਾਡੇ ਨਾਲ ਹੈਗੇ ਨੇ, ਆਮ ਆਦਮੀ ਪਾਰਟੀ ਦੇ ਵਿਧਾਇਕ। ਗੋਲਡੀ ਜੀ ਦੇਖੋ, BJP ਕਹਿ ਰਹੀ ਹੈ ਕਿ ਇਹ ਜ਼ਰੂਰੀ ਹੁੰਦਾ ਹੈ ਜਦੋਂ ਸੈਸ਼ਨ ਸੱਦਿਆ ਜਾਵੇ ਤਾਂ ਬਿਜ਼ਨਸ ਡਿਟੇਲ ਜਾਂਦੀ ਹੈ ਰਾਜਪਾਲ ਦੇ ਕੋਲ। ਆਮ ਆਦਮੀ ਪਾਰਟੀ ਨੇ ਜਾਣ ਕੇ ਨਹੀਂ ਭੇਜੀ ਤਾਂ ਕਿ ਉਸ ਦੇ ਉੱਤੇ ਬਾਅਦ ਚ ਰੌਲਾ ਪਾਇਆ ਜਾ ਸਕੇ। ਦੇਖੋ, ਸ਼ਾਇਦ ਅਸੀਂ ਤਾਂ ਸਾਰੀ ਦੁਨੀਆ ਸਾਹਮਣੇ ਜਗ ਜ਼ਾਹਿਰ ਕਰੇ ਵੀ ਸੈਸ਼ਨ ਕਿਉਂ ਬੁਲਾਇਆ, ਪਰ ਮੈਂ ਸਿਰਸਾ ਸਾਹਿਬ ਨੂੰ ਥੋੜਾ ਜਿਹਾ ਯਾਦ ਕਰਾ ਦਿਆਂ। ਜਦੋਂ ਇਹਨਾਂ ਦੀ ਪੁਰਾਣੀ ਪਾਰਟੀ ਦੀ ਸਰਕਾਰ ਸੀ ਤਾਂ MLA ਅੰਦਰ ਰਾਤ ਗੁਜ਼ਾਰਦੇ ਸੀ, ਯਾਦ ਹੋਊਗਾ ਸ਼ਾਇਦ ਇਹਨਾਂ ਨੂੰ, ਤੇ ਮੌਕੇ ਤੇ ਵੀ ਨਹੀਂ ਦਿੱਤੇ ਜਾਂਦੇ ਸੀ। ਤਾਂ ਫਿਰ ਸਾਰੀ ਦੁਨੀਆ 'ਚ ਕਿਵੇਂ ਮਿਸ਼ਨ ਲੋਟਸ ਹੋਣਾ ਹੈ? ਕੋਈ ਗੱਲ ਨਹੀਂ, ਗਵਰਨਰ ਸਾਹਿਬ ਨੇ ਸਾਨੂੰ ਪੁੱਛਿਆ ਹੈ ਤੇ ਸੈਕਟਰੀ ਸਾਹਿਬ ਸਾਨੂੰ ਤਾਂ ਜੋ ਸੈਕਟਰੀ ਸਾਹਿਬ ਨੂੰ ਪੁੱਛਿਆ ਹੈ ਤੇ ਸੈਕਟਰੀ ਸਾਹਿਬ ਉਹਦਾ ਆਨਸਰ ਵੀ ਦੇ ਦੇਣਗੇ ਤੇ ਸਾਰੀ ਦੁਨੀਆ ਸਾਹਮਣੇ ਪਤਾ ਲੱਗ ਜੂਗਾ। ਫਿਰ ਕੋਈ ਫਰਕ ਨਹੀਂ ਪੈਂਦਾ, ਉਹ ਸਾਡੇ ਸਤਿਕਾਰੀ ਹੋ ਗਏ ਗਵਰਨਰ ਸਾਹਿਬ। ਸਾਡਾ ਇਹ ਇਸ਼ੂ ਹੈ ਵੀ ਮਿਸ਼ਨ ਲੋਟਸ ਜਿਹੜੀ ਇਹਨਾਂ ਦੀ ਉਮੀਦ ਸੀ ਉਹ ਖਰੀ ਨਹੀਂ ਉਤਰੀ, ਉਹ ਜਗ ਜ਼ਾਹਿਰ ਨਾ ਹੋ ਜੇ, ਇਸ ਕਰਕੇ ਨਵੀਆਂ ਲੈਟਰਾਂ ਇਸ਼ੂ ਹੋ ਰਹੀਆਂ। ਕੋਈ ਗੱਲ ਨਹੀਂ, ਪਰ ਪਹਿਲੀ ਵਾਰੀ ਇਤਿਹਾਸ 'ਚ ਹੋਇਆ ਵੀ ਗਵਰਨਰ ਸਾਹਿਬ ਨੇ ਪਹਿਲਾ ਸੈਸ਼ਨ ਬੁਲਾ ਲਿਆ ਹੋਵੇ ਔਰ ਬਾਅਦ ਕੈਂਸਲ ਕਰਤਾ ਹੋਵੇ। ਮੈਂ ਸਮਝਦਾ ਇਸ ਤੋਂ ਬਾਅਦ ਲੋਕਤੰਤਰ ਦਾ ਕੀ ਕਤਲ ਹੋ ਸਕਦਾ ਹੈ। ਇੱਕ ਪਾਸੇ ਤਾਂ ਲੋਕਾਂ ਨੇ ਚੁਣੀ ਸਰਕਾਰ ਹੋਵੇ ਤਾਂ ਫਿਰ ਸਰਕਾਰ ਦਾ ਤਾਂ ਕੋਈ ਮਤਲਬ ਹੀ ਨਹੀਂ। ਤੁਹਾਨੂੰ ਲੱਗਦਾ ਕਿ ਹੁਣ 27 ਤਰੀਕ ਵਾਲੀ ਜਿਹੜੀ ਡਿਟੇਲ ਮੰਗੀ ਗਈ ਹੈ ਉਸ ਦੇ ਪਿੱਛੇ ਵੀ BJP ਹੈ? BJP ਬਿਲਕੁਲ ਸੈਂਟਰ ਸਰਕਾਰ ਕਰ ਰਹੀ ਹੈ। ਕੌਣ ਕਰ ਰਹੀ ਹੈ ਤੁਸੀਂ ਆਪ ਦੱਸੋ। ਫਿਰ ਕਿਸੇ ਨੂੰ ਕੀ ਇਤਰਾਜ਼ ਹੈ? ਕਿਸੇ ਨੂੰ ਇਤਰਾਜ਼ ਹੀ ਨਹੀਂ। ਪੰਜਾਬ ਦੇ ਲੋਕਾਂ ਨੂੰ ਕੋਈ ਇਤਰਾਜ਼ ਨਹੀਂ। ਜਗ ਜ਼ਾਹਿਰ ਹੋਣਾ ਚਾਹੀਦਾ, ਹਿੰਦੁਸਤਾਨ ਦੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਇਹ ਗੱਲ ਬੜਾ ਅੱਛਾ ਹੈ ਕਿ ਉਹਨਾਂ ਨੇ ਕਿਹਾ ਇਤਰਾਜ਼ ਹੀ ਕੋਈ ਨਹੀਂ ਕਿਸੇ ਨੂੰ। ਇਸ ਤਰ੍ਹਾਂ ਕਰੋ, ਜਿਹੜੇ ਬਿਜ਼ਨਸ ਰੂਲਸ ਨੇ ਕਿਤਾਬਾਂ ਨੇ ਉਹਨਾਂ ਨੂੰ ਅੱਗ ਲਾ ਦਿਓ, ਕੁਝ ਇਹਦੀ ਕੋਈ ਲੋੜ ਨਹੀਂ। ਮੈਂ ਤਾਂ ਤੁਹਾਡੀ ਨੌਲੇਜ ਤੁਸੀਂ ਥੋੜਾ ਜਿਹਾ ਰਿਮਾਈਂਡ ਕਰਕੇ ਆਪਦਾ ਪਿਛਲਾ ਟਾਈਮ ਵੇਖੋ। ਤੁਸੀਂ ਕਿਸੇ ਸੈਸ਼ਨ ਬੁਲਾਇਆ ਜਾਂਦਾ ਸੀ, ਉਸ ਦਿਨ ਵੀ ਪੇਪਰ ਨਹੀਂ ਦਿੰਦੇ ਸੀ। ਨਹੀਂ ਭਾਈ ਸਾਹਿਬ, ਵਿਧਾਇਕ ਜੀ ਤੁਸੀਂ ਸ਼ਾਇਦ ਨਵੇਂ ਹੋਗੇ, ਮੇਰੀ ਬੇਨਤੀ ਸੁਣ ਲਓ। ਮੈਂ ਤੁਹਾਡੀ ਜਾਣਕਾਰੀ ਵਾਸਤੇ ਜ਼ਰੂਰ ਕਹਿਣਾ ਚਾਹੁੰਦਾ ਹਾਂ, ਚੰਗਾ ਨਹੀਂ ਲੱਗਦਾ ਕਿ ਆਪਾਂ ਇੱਕ ਚੈਨਲ ਦੇ ਉੱਤੇ ਉਹ ਗੱਲ ਤੇ ਬਹਿਸ ਕਰੀਏ ਜਿਹਦੀ ਜਾਣਕਾਰੀ ਨਾ ਹੋਵੇ। ਮੇਰੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਬੜੇ ਧਿਆਨ ਨਾਲ ਇੱਕ ਗੱਲ ਸੁਣ ਲਓ। ਇਹਨੂੰ ਕਿਹਾ ਜਾਂਦਾ ਹੈ ਬਿਜ਼ਨਸ ਰੂਲਸ। ਬਿਜ਼ਨਸ ਰੂਲਸ ਮਤਲਬ ਕੀ ਆ ਕਿ ਜੋ ਤੁਸੀਂ ਕਰਨ ਜਾ ਰਹੇ ਜੇ ਉਹ ਬਿਜ਼ਨਸ ਰੂਲਸ ਨੇ। ਤੁਸੀਂ ਜੋ ਵੀ ਕਰਨ ਜਾ ਰਹੇ ਜੀ ਉਹਦੀ ਜਾਣਕਾਰੀ ਤੁਸੀਂ ਪਹਿਲਾਂ ਪਿਛਲੇ ਗਵਰਨਰ ਸਾਹਿਬ ਨੂੰ ਭੇਜੀ ਨਾ। ਭਾਈ ਸਾਹਿਬ ਤੁਸੀਂ ਮੈਨੂੰ ਦੱਸ ਦਿਓ ਕਿ ਇਹਨਾਂ ਪਿਛਲਾ ਭੇਜੀ ਨਹੀਂ, ਤਾਂ ਗਵਰਨਰ ਸਾਹਿਬ ਨੇ ਕਿਹਾ ਕਿ ਐਸਾ ਕੋਈ ਐਕਟ ਅੰਦਰ ਪ੍ਰੋਵੀਜ਼ਨ ਨਹੀਂ ਹੈਗਾ। ਇਹਦਾ ਮਤਲਬ ਤੁਹਾਨੂੰ ਪਤਾ ਹੈ ਨਾ ਕਿ ਜਾਣਕਾਰੀ ਭੇਜਣੀ ਹੁੰਦੀ ਆ। ਤੁਸੀਂ ਐਸੀ ਕਿਉਂ ਜਾਣਕਾਰੀ ਨਹੀਂ ਭੇਜੀ? ਜੇ ਤੁਸੀਂ ਬਿਜਲੀ ਦੇ ਉੱਤੇ ਜਾਂ ਤੁਸੀਂ ਪਰਾਲੀ ਤੇ ਬੁਲਾ ਰਹੇ ਸੀ, ਤੁਹਾਨੂੰ ਭੇਜਣੀ ਚਾਹੀਦੀ ਆ। ਅੱਛਾ, ਇੱਕੋ ਗੱਲ ਆ ਗਈ ਆ, ਪਤਾ ਕਿਹੜੀ?
ਅੱਛਾ ਦੱਸ ਦਿਓ ਜੀ ਕਿੱਥੇ ਲਿਖਿਆ ਹੈ ਕਿ ਅਸੀਂ ਨਹੀਂ ਬੁਲਾ ਸਕਦੇ। ਮੰਨ ਲਓ ਕੱਲ ਨੂੰ ਇੱਕ MLA 5 ਬੱਕਰੀਆਂ ਲੈ ਕੇ ਵਿਧਾਨ ਸਭਾ 'ਚ ਵੜੇ, ਉਹਨੂੰ ਕੋਈ ਪੁੱਛੇ ਬਾਈ ਤੂੰ ਵਿਧਾਨ ਸਭਾ 'ਚ ਨਹੀਂ ਆ ਸਕਦਾ, ਇੱਥੇ ਨਹੀਂ, ਉਹ ਕਹੇ ਜੀ ਦੱਸੋ ਕਿੱਥੇ ਲਿਖਿਆ ਕਿ ਮੈਂ ਬੱਕਰੀਆਂ ਲੈ ਕੇ ਨਹੀਂ ਆ ਸਕਦਾ, ਮੈਨੂੰ ਪੜਾਓ ਤੇ ਸਹੀ, ਮੈਂ MLA ਹਾਂ ਜੀ, ਮੈਂ ਲੋਕਾਂ ਨੇ ਚੁਣਿਆ ਹੈ ਜੀ, ਮੈਂ ਲੋਕਾਂ ਦੇ ਅਧਿਕਾਰ ਲੈ ਕੇ ਆਇਆ ਜੀ, ਮੈਨੂੰ ਕਿੱਥੇ ਲਿਖਿਆ ਕਿ ਨਹੀਂ ਲਿਆ ਸਕਦਾ। ਭਾਈ ਲਿਖਿਆ ਉਹੀ ਹੁੰਦਾ ਜੋ ਕਰ ਸਕਦੇ ਜੀ, ਜੋ ਨਹੀਂ ਲਿਖਿਆ ਹੁੰਦਾ ਇਹਦਾ ਮਤਲਬ ਨਹੀਂ ਕਰ ਸਕਦੇ। ਇਹ ਬੜਾ ਹੀ ਬੇਸਿਕ ਹੈ ਸਰ, ਕਨਸਟੀਟਿਊਸ਼ਨ ਅੰਦਰ ਜਿਹੜੀ ਚੀਜ਼ ਨਹੀਂ ਲਿਖੀ ਮਤਲਬ ਨਹੀਂ ਹੋ ਸਕਦੀ, ਜੋ ਲਿਖੀ ਹੈ ਉਹ ਹੋ ਸਕਦੀ ਆ। ਬੜਾ ਸਿੰਪਲ ਹੈ, ਲੇਕਿਨ ਇਸ ਤਰ੍ਹਾਂ ਦੇ ਵਿਵਾਦਾਂ 'ਚ ਪੈਣਾ ਬਿਨਾਂ ਗੱਲ ਦੇ ਇੱਕੋ ਗੱਲ ਆਉਂਦੀ ਆ, ਸ਼ਰਾਬ ਪੜ੍ਹ ਕੇ ਦੱਸੋ ਜੀ ਕਿੱਥੇ ਲਿਖਿਆ ਹੈ ਕਿ ਮੈਂ ਨਹੀਂ ਹੋ ਸਕਦਾ, ਦੱਸੋ ਇਹ ਕੋਈ ਗੱਲ ਦਾ ਜਵਾਬ ਹੋ ਸਕਦਾ? ਸੋ ਮੇਰੀ ਬੇਨਤੀ ਆ ਜਿਹੜੀ ਗੱਲ ਦੀ ਜਾਣਕਾਰੀ ਆ ਉਹ ਗੱਲ ਕਰੀਏ, ਇਸ ਤਰ੍ਹਾਂ ਮਜ਼ਾਕ ਨਾ ਉਡਾਈਏ ਸਿਸਟਮ ਦਾ। ਮੇਰੀ ਤੇ ਬੇਨਤੀ, ਬਾਕੀ ਮਾਲਕ ਨੇ ਪੰਜਾਬ ਨੂੰ ਲੜਾਈ 'ਚ ਨਾ ਪਾਓ। ਦੇਖੋ ਇੱਥੇ NDA ਦੀ ਸਰਕਾਰ ਸੀ, ਉੱਤੇ ਕਾਂਗਰਸ ਦੀ ਕਦੀ ਰਹੀ ਆ, ਕਦੀ ਉੱਤੇ NDA ਦੀ ਹੁੰਦੀ ਸੀ, ਪੰਜਾਬ ਕਾਂਗਰਸ ਸਰਕਾਰ ਰਹੀ ਆ, ਕਿਸੇ ਨੇ ਲੜਾਈ ਇਸ ਤਰ੍ਹਾਂ ਨਹੀਂ ਪਾਈ। ਗਵਰਨਰ ਨਾਲ ਝਗੜੇ, ਸਰਕਾਰਾਂ ਨਾਲ ਝਗੜੇ, ਇਸ ਸਾਰੇ ਝਗੜਿਆਂ ਦਾ ਕੁਝ ਨਿਕਲਣਾ ਤੇ ਹੈ ਹੀ ਨਹੀਂ। ਔਰ ਮੈਂ ਤਾਂ ਤੁਹਾਡੀ ਗੱਲ ਨੂੰ ਮੰਨਦਾ, ਤੁਸੀਂ ਕਹਿ ਰਹੇ ਜੇ ਕਿ ਸਾਡੇ MLA ਖਰੀਦਣ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਫਿਰ ਸੰਗਤ ਨੂੰ ਕਿਉਂ ਲੋਕਾਂ ਨੂੰ ਨਹੀਂ ਦੱਸਦੇ ਪਏ ਕਿ ਕਿੰਨੇ ਕੀਤੀ? ਇਹਦਾ ਮਤਲਬ ਤੁਹਾਡੇ ਆਪਣੇ ਲੋਕ ਹੀ ਕੋਈ ਨਾ ਕੋਈ ਗੜਬੜ ਕਰਦੇ ਪਏ, ਜਿਹੜਾ ਤੁਸੀਂ ਲੋਕਾਂ ਸਾਹਮਣੇ ਸਬੂਤ ਨਹੀਂ ਲਿਆਉਣਾ ਚਾਹੁੰਦੇ, ਤੁਸੀਂ ਫਸਦੇ ਪਏ ਜੀ ਉਹਦੇ ਅੰਦਰ, ਤੁਹਾਡਾ ਲੈਣ ਦੇਣ ਹੋ ਚੁੱਕਿਆ ਜਾਂ ਉਹਦੇ ਅੰਦਰ ਤੁਸੀਂ ਇੰਨੀ ਕੁੜੀਕੀ 'ਚ ਫਸਦੇ ਪਏ, ਸਬੂਤ ਨਹੀਂ ਦੇਣਾ ਚਾਹੁੰਦੇ। ਜੇ ਗੱਲ ਸੱਚੀ ਹੈ ਤਾਂ ਦਿਓ ਸਬੂਤ ਲੋਕਾਂ ਨੂੰ। ਗੋਲਡੀ ਜੀ ਚਲੋ ਮੈਂ ਜਵਾਬ ਲੈ ਲਵਾਂ। ਗੋਲਡੀ ਜੀ। ਗੌਰਵ ਜੀ ਗੱਲ ਫਿਰ ਉੱਥੇ ਹੀ ਹੈ ਵੀ ਜੇ ਸੈਸ਼ਨ ਬੁਲਾਈਏ, ਅਸੀਂ ਕਾਨੂੰਨ ਬਣਾਉਣ ਵਾਸਤੇ ਸੈਸ਼ਨ ਬੁਲਾ ਸਕਦੇ ਹਾਂ, ਹੋਰ ਵੀ ਕੰਮਾਂ ਵਾਸਤੇ ਸੈਸ਼ਨ ਬੁਲਾ ਸਕਦੇ ਹਾਂ, ਪਰ ਜਿਹੜੀ ਸਰਕਾਰ ਬਣੀ ਜਦੋਂ ਉਹਨੂੰ ਖਰੀਦਾ ਫਰੋਖਤ ਚੱਲ ਰਹੀ ਉਹਦੇ ਵਾਸਤੇ ਮਿਸ਼ਨ ਵਾਸਤੇ ਏਡਾ ਵੱਡਾ ਜਿਹੜੇ ਇਹਨਾਂ ਨੇ ਕੰਮ ਚਲਾ ਰਹੇ ਜਗ ਜਾਹਿਰ ਕਰਨ ਵਾਸਤੇ ਅਸੀਂ ਨਹੀਂ ਬੁਲਾ ਸਕਦੇ ਜੀ। ਇਹ ਵੀ ਕਿਹੜੀ ਕਿਤਾਬ 'ਚ ਲਿਖਿਆ? ਫਿਰ ਪਹਿਲਾਂ ਪਰਮਿਸ਼ਨ ਦਿੱਤੀ ਕਿਉਂ 22 ਤਰੀਕ ਦੀ, ਬਾਅਦ 'ਚ ਇੱਕ ਦਿਨ ਪਹਿਲਾਂ ਰਾਤ ਨੂੰ ਕੈਂਸਲ ਕਰਤੀ, ਉਹ ਕਿਉਂ ਕਰਤੀ? ਪਹਿਲਾਂ ਇਹਨਾਂ ਨੂੰ ਬਿਜ਼ਨਸ ਨਹੀਂ ਪਤਾ ਸੀ? ਮੈਂ ਤਾਂ ਸਿਰਸਾ ਸਾਹਿਬ ਮੇਰੇ ਤੋਂ ਵੱਡੇ ਹੈ, ਪਰ ਮੈਂ ਇਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਪਹਿਲਾਂ ਗਵਰਨਰ ਸਾਹਿਬ ਨੇ ਪਰਮਿਸ਼ਨ ਕਿਵੇਂ ਦੇਤੀ 22 ਤਰੀਕ ਦੀ, ਤੇ ਰਾਤ ਨੂੰ ਕਿਉਂ ਜਾ ਕੇ ਮੈਂ ਕੈਂਸਲ ਕਰਤੀ? ਕਿਉਂਕਿ ਤੁਹਾਡੇ ਸਾਰੇ MLA ਨੇ, ਬਾਕੀ MLA ਨੇ ਵਿਪਕਸ਼ ਸਾਡੇ ਕਿਸੇ MLA ਨੇ ਨਹੀਂ ਲਿਖ ਕੇ ਦਿੱਤਾ, ਬਿਲਕੁਲ ਗਲਤ ਗੱਲ ਕੀਤਾ ਜੀ। ਤੁਹਾਡੇ MLA ਇੱਕ MLA ਸੀ ਜਿਹਨੇ ਦਿੱਤਾ, ਦੱਸੋ ਕਾਂਗਰਸ ਨੇ ਦਿੱਤੇ। ਪੰਜਾਬ ਦੇ ਸੁਣੇ MLA ਨੇ, ਇਸ ਤਰ੍ਹਾਂ ਨਾ ਕਰੋ। ਹਾਂ ਤੇ ਨਹੀਂ 92 MLA ਦੀ ਕੋਈ ਗੱਲਬਾਤ ਨਹੀਂ ਸੁਣ ਸਕਦਾ, ਤੇ 3 MLA ਜਿਹੜੇ ਉੱਠ ਕੇ ਜਿਹੜੇ ਤੁਹਾਡੇ ਪਾਸ ਉਹਨਾਂ ਦੇ ਕਿਹੜਾ ਤੁਸੀਂ 92 ਦਾ ਕੀ ਤੁਸੀਂ ਵਿਧਾਨ ਸਭਾ 'ਚ ਕੀ ਦੱਸਣਾ? ਤੁਸੀਂ ਲੋਕਾਂ 'ਚ ਦੱਸ ਦਿਓ, ਜਿਹੜਾ ਤੁਸੀਂ ਸਬੂਤ ਦੇਣਾ ਚਾਹੁੰਦੇ ਦਿਓ। ਆ TV ਚੈਨਲ ਤੁਹਾਨੂੰ ਪੁੱਛਣ ਡਿਆ ਹੈ, ਸਾਰੇ TV ਚੈਨਲ ਪੁੱਛ ਕੇ ਹਟ ਗਏ ਨੇ। ਆ ਪਹਿਲੀ ਨਾ ਹੋਇਆ ਹੈ, ਸਰਕਾਰ ਇਹਨਾਂ ਦੀ ਆ, ਸਰਕਾਰ ਹੋਣ ਦੇ ਬਾਵਜੂਦ ਇਹਨਾਂ ਦਾ ਮੁਕੱਦਮਾ ਬਿਨਾਂ ਨਾਮ ਦੇ ਦਰਜ ਹੋਇਆ। ਇਹਨਾਂ ਨੂੰ ਪਤਾ ਹੀ ਨਹੀਂ ਇਹਨੂੰ ਖਰੀਦਣ ਕੌਣ ਆਇਆ ਸੀ। ਚਲੋ ਸਾਨੂੰ ਨਹੀਂ ਦੱਸਿਆ ਕਿ ਅਸੀਂ DGP ਨੂੰ ਦੱਸ ਕੇ ਆਏ ਹਾਂ, ਤੇ DGP ਨੂੰ ਨਾਮ ਦੱਸ ਦਿੰਦੇ। ਜਿਹੜਾ ਮੁਕੱਦਮਾ ਦਰਜ ਉਹਦੀ ਕਾਪੀ ਦੇਖ ਲਓ, ਉਹ 'ਚ ਲਿਖਿਆ ਜੀ ਅਣਪਛਾਤੇ ਲੋਕਾਂ ਦਾ ਨਾਮ ਨਹੀਂ, ਪਤਾ ਨਹੀਂ, ਇਹ ਕਰੇ ਸਭ MLA ਖਰੀਦਣ ਆਏ ਜੀ। ਅਰੇ ਹੁਣ ਤੇ ਤੁਹਾਡੀ ਪੁਲਿਸ ਆ, ਫਿਰ ਉਹਨਾਂ ਨੂੰ ਕਿਉਂ ਨਹੀਂ ਫੜਦੇ? ਪੁੱਛਦੇ ਆ, ਕਹਿੰਦੇ ਨਹੀਂ ਅਸੀਂ ਫੜਨਾ ਨਹੀਂ ਹੈਗਾ ਉਹਨਾਂ ਨੂੰ, ਅਸੀਂ ਟਾਈਮ ਆਉਣ ਤੇ ਫੜਾਂਗੇ, ਅਸੀਂ ਟਾਈਮ ਆਉਣ ਤੇ ਦੱਸਾਂਗੇ। ਭਾਈ ਲੋਕਾਂ ਨੂੰ ਸਿੱਧਾ ਕਹੋ ਕਿ ਅਸੀਂ ਡਰਾਮੇ ਕਰਨੇ ਆ, ਅਸੀਂ ਨਹੀਂ, ਅਸੀਂ ਸੁਣ ਕੇ ਡਰਾਮੇ ਕਰਨ ਆਏ ਤਾਂ ਪੰਜਾਬ ਦਾ ਮਸਲਾ ਹੱਲ ਨਹੀਂ ਕਰਨਾ। ਜੇ ਕਰਨਾ ਤੇ ਮਸਲੇ ਵਾਲੀ ਗੱਲ ਕਰੋ, ਇਹ ਡਰਾਮੇ ਦੀ ਗੱਲਾਂ ਕਿਉਂ ਕਰਦੇ ਪਏ? ਚਲੋ ਇੱਕ ਫਾਈਨਲ ਕਮੈਂਟ ਤੁਹਾਡਾ ਜ਼ਰੂਰੀ ਹੈ ਇੱਥੇ। ਗੋਲਡੀ ਜੀ। ਗੌਰਵ ਜੀ ਡਰਾਮੇ ਉਹ ਕਰਦੇ ਆ ਜਿਨ੍ਹਾਂ ਨੂੰ ਕੋਈ ਜ਼ਰੂਰਤ ਹੋਵੇ। ਡਰਾਮੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਵਾਸਤੇ ਡਰਾਮੇ ਕਰਨੇ ਨਹੀਂ ਹੁੰਦੇ। ਡਰਾਮੇ ਤਾਂ ਸੈਂਟਰ ਸਰਕਾਰ ਕਰਦੀ ਹੈ, ਲੋਕਾਂ ਨਾਲ ਮਜ਼ਾਕ ਕਰਦੀ ਹੈ। ਹਰ ਵਾਰੀ ਅਸੀਂ ਦੇਖਿਆ, ਅੱਜ ਤਾਈਂ ਹੁਣ ਤਾਈਂ ਆਈ ਕਰਦੀ ਆਈ ਹੈ। ਕਦੇ ਅੱਜ ਤੱਕ ਕਿਸੇ ਮੁੱਦੇ ਤੇ ਖੜੇ ਆ ਤੁਸੀਂ ਮੈਨੂੰ, ਫਿਰ ਮੈਂ ਪੁਰਾਣੀ ਗੱਲ ਪੱਟੂਗਾ ਕਿ BJP ਨੇ ਆਹ ਵਾਅਦੇ ਕਰੇ ਸੋ ਗੱਲ ਚੰਗੀ ਨਹੀਂ ਲੱਗਦੀ, ਉਹ ਮੇਰੇ ਨਾਲ ਬਾਤ ਤੁਸੀਂ ਜਾਣਦੇ ਹੋ। ਪਰ ਸਾਡਾ ਇੰਨਾ ਮੋਟਿਵ ਹੈ ਵੀ ਸੈਸ਼ਨ ਬੁਲਾਉਣ 'ਚ ਇੰਨੀ ਦੇਰੀ ਕਿਉਂ ਹੋ ਰਹੀ ਹੈ? ਜਿਹੜੀ ਇਹ ਗੱਲ ਕਰਦੇ ਆ, ਅਸੀਂ ਤਾਂ ਹਰ ਲਿਖ ਕੇ ਵੀ ਦਿੱਤਾ, ਹੁਣ ਵੀ ਦੇ ਦੇਂਗੇ, ਜੋ ਮੰਗਣਗੇ ਸਾਨੂੰ ਕੋਈ ਇਤਰਾਜ਼ ਨਹੀਂਗਾ। ਜੋ ਪੁੱਛਣ ਗਵਰਨਰ ਸਾਹਿਬ ਅਸੀਂ ਉਹ ਪੂਰਾ ਕਰਕੇ ਦਿਆਂਗੇ, ਪਰ 27 ਤਰੀਕ ਨੂੰ ਸੈਸ਼ਨ ਬੁਲਾਉਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਸਾਰੀ ਅਸਲੀਅਤ ਪਤਾ ਲੱਗੇ। ਚਲੋ ਉਹਨਾਂ ਦੀ ਅਪਰੂਵਲ ਦੀ ਤਾਂ ਜ਼ਰੂਰਤ ਲਾਜ਼ਮੀ ਤੌਰ ਤੇ ਹੋਏਗੀ। ਗੋਲਡੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸਿਰਸਾ ਸਾਹਿਬ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤਾਂ 27 ਤਰੀਕ ਵਾਲੇ ਸੈਸ਼ਨ ਦੇ ਉੱਤੇ ਸਸਪੈਂਸ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਅਪਰੂਵਲ ਮੰਗੀ ਗਈ ਸੀ, ਅਪਰੂਵਲ ਦੇਣ ਤੋਂ ਪਹਿਲਾਂ ਰਾਜਪਾਲ ਨੇ ਪੰਜਾਬ ਦੇ ਵਿਧਾਨ ਸਭਾ ਦੇ ਸਕੱਤਰ ਨੂੰ ਪੁੱਛ ਲਿਆ ਕਿ ਦੱਸੋ ਕਿ ਆਖਿਰ ਤੁਹਾਡੇ ਕੋਲ ਬਿਜ਼ਨਸ ਡਿਟੇਲ ਕੀ ਹੈ, ਉਸ ਦਿਨ ਕੀ ਕੁਝ ਜਿਹੜੇ ਬਿੱਲ ਨੇ ਜਾਂ ਫਿਰ ਕਿਹੜੇ ਮੁੱਦਿਆਂ ਦੇ ਉੱਤੇ ਗੱਲਬਾਤ ਸੈਸ਼ਨ ਦੇ ਅੰਦਰ ਹੋਣੀ ਹੈ। ਕਿਉਂਕਿ ਇਹ ਵੀ ਕਿਆਸ ਲਗਾਏ ਜਾ ਰਹੇ ਸੀ ਕਿ 27 ਤਰੀਕ ਵਾਲੇ ਸੈਸ਼ਨ ਵਾਲੇ ਦਿਨ ਵੀ ਕਾਨਫੀਡੈਂਸ ਮੋਸ਼ਨ ਲਿਆਂਦਾ ਜਾ ਸਕਦਾ ਹੈ ਸਰਕਾਰ ਦੇ ਵੱਲੋਂ। ਹੁਣ ਲਿਆਂਦਾ ਜਾਵੇਗਾ, ਨਹੀਂ ਲਿਆਂਦਾ ਜਾਵੇਗਾ, ਉਸ ਦੇ ਉੱਤੇ ਰਾਜਪਾਲ ਕੀ ਰਿਐਕਟ ਕਰਦੇ ਨੇ ਜਾਂ ਬਿਜ਼ਨਸ ਡਿਟੇਲ ਦੇ ਵਿੱਚ ਕੀ ਕੁਝ ਕਿਹਾ ਜਾਂਦਾ ਹੈ, ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਲਾਜ਼ਮੀ ਤੌਰ ਤੇ ਰਹਿਣਗੀਆਂ। ਖੈਰ ਸੈਸ਼ਨ ਦੀ ਟੈਨਸ਼ਨ ਸਾਫ਼ ਤੌਰ ਤੇ ਨਜ਼ਰ ਆਉਂਦੀ ਹੈ ਤੇ ਖੈਰ ਜਦੋਂ ਸੈਸ਼ਨ ਬੁਲਾਇਆ ਜਾਵੇ ਤੇ ਉਸ ਦੇ ਉੱਤੇ ਬਹੁਤ ਸਾਰੇ
ਸਵਾਲ ਉੱਠਣ ਲੱਗਣ ਫਿਰ ਫਰਕ ਤਾਂ ਪੈਂਦਾ ਹੈ। ਉਧਰ ਐਨਜੀਟੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਦੇ ਉੱਤੇ ਕੂੜੇ ਦਾ ਸਹੀ ਪ੍ਰਬੰਧਨ ਨਹੀਂ ਕਰਨ ਦੇ ਮਾਮਲੇ 'ਚ 2000 ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੱਤਾ। ਐਨਜੀਟੀ ਨੇ ਪੰਜਾਬ ਨੂੰ ਚੌਗਿਰਦੇ ਸੰਬੰਧੀ ਮੁਆਵਜ਼ੇ ਦੇ ਰੂਪ ਦੇ ਵਿੱਚ ਇਸ ਰਕਮ ਦੇ ਭੁਗਤਾਨ ਦਾ ਹੁਕਮ ਦਿੱਤਾ ਹੈ। ਚੌਗਿਰਦੇ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਦੇ ਵਿੱਚ ਐਨਜੀਟੀ ਦੇ ਵੱਲੋਂ ਪੰਜਾਬ ਸਰਕਾਰ ਨੂੰ ਲਗਾਤਾਰ ਚੇਤਾਵਨੀ ਦਿੱਤੀ ਜਾਂਦੀ ਰਹੀ ਸੀ। ਇਸ ਦੇ ਬਾਵਜੂਦ ਕੂੜੇ ਦਾ ਸਹੀ ਪ੍ਰਬੰਧ ਕਰਨ ਦੇ ਵਿੱਚ ਹੁਣ ਤੱਕ ਪੰਜਾਬ ਸਰਕਾਰ ਫੇਲ ਹੀ ਸਾਬਤ ਹੋਈ। ਪੰਜਾਬ ਦੇ ਵਿੱਚ ਜਿੰਨਾ ਕੂੜਾ ਜਮ੍ਹਾਂ ਹੋ ਰਿਹਾ ਉਸ ਦਾ ਪ੍ਰਬੰਧਨ ਉਸ ਤੋਂ ਬਹੁਤ ਘੱਟ ਹੈ। ਕੂੜਾ ਉਤਪਾਦਨ ਅਤੇ ਉਸ ਦੇ ਪ੍ਰਬੰਧਨ ਦੇ ਵਿੱਚ ਵੱਡੇ ਫਰਕ ਦੀ ਵਜ੍ਹਾ ਦੇ ਨਾਲ ਐਨਜੀਟੀ ਨੇ ਸਰਕਾਰ ਤੋਂ ਇਸ ਦਾ ਉਪਾਅ ਕਰਨ ਨੂੰ ਕਿਹਾ ਸੀ। ਐਨਜੀਟੀ ਦੇ ਹੁਕਮਾਂ ਤੋਂ ਬਾਅਦ ਵੀ ਸਰਕਾਰ ਨੇ ਇਸ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ। ਇਸ ਲਈ ਐਨਜੀਟੀ ਨੇ ਹੁਣ 2000 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਐਨਜੀਟੀ ਨੇ ਬੀਤੇ ਹਫ਼ਤੇ ਰਾਜਸਥਾਨ ਸਰਕਾਰ ਨੂੰ ਵੀ ਕੂੜੇ ਦੇ ਸੰਬੰਧੀ 3000 ਕਰੋੜ ਰੁਪਏ ਦੇ ਮੁਆਵਜ਼ਾ ਰਾਸ਼ੀ ਦਾ ਭੁਗਤਾਨ ਕਰਨ ਨੂੰ ਕਿਹਾ ਸੀ। ਇਸ ਤੋਂ ਇਲਾਵਾ ਯੂਪੀ ਸਰਕਾਰ ਦੇ ਉੱਤੇ ਵੀ 100 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਸੀ। ਖੈਰ ਕੂੜਾ ਜਿੰਨਾ ਹਰ ਰੋਜ਼ ਨਿਕਲ ਰਿਹਾ ਉਸ ਦਾ ਸਹੀ ਪ੍ਰਬੰਧ ਨਹੀਂ ਕੀਤਾ ਜਾ ਰਿਹਾ, ਇਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਕਿਹਾ ਗਿਆ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਅੱਜ ਦੇ ਸਵਾਲ ਦੀ। ਅੱਜ ਦਾ ਸਵਾਲ ਐਨਜੀਟੀ ਦੇ ਨਾਲ ਹੀ ਜੁੜਿਆ ਹੋਇਆ ਹੈ। ਐਨਜੀਟੀ ਯਾਨੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਦੋਂ ਬਣਾਇਆ ਗਿਆ ਸੀ? ਅੱਜ ਦਾ ਸਵਾਲ ਹੈ ਕਿਉਂਕਿ ਐਨਜੀਟੀ ਨੇ 2000 ਕਰੋੜ ਰੁਪਏ ਦਾ ਪੰਜਾਬ ਦੇ ਉੱਤੇ ਜੁਰਮਾਨਾ ਲਗਾਇਆ ਕਿ ਜਿਹੜਾ ਕੂੜਾ ਹੈ ਉਸ ਦਾ ਸਹੀ ਪ੍ਰਬੰਧ ਤੁਸੀਂ ਨਹੀਂ ਕਰ ਰਹੇ ਹੋ। ਕੂੜਾ ਕਿਸ ਤਰੀਕੇ ਨਾਲ ਅੱਗੇ ਡਿਸਪੋਜ਼ ਆਫ ਕਰਨਾ ਉਸ ਦੇ ਉੱਤੇ ਨਹੀਂ ਫੋਕਸ ਕੀਤਾ ਜਾ ਰਿਹਾ। ਤਾਂ ਐਨਜੀਟੀ ਕਦੋਂ ਬਣਿਆ? ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ, 1975, 1996, 2005 ਜਾਂ ਫਿਰ 2010 ਦੇ ਵਿੱਚ। ਸਹੀ ਆਪਸ਼ਨ ਕੀ ਹੈ, ਸਹੀ ਜਵਾਬ ਕੀ ਹੈ, ਉਹ ਤੁਹਾਨੂੰ ਦੱਸਾਂਗੇ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ। ਫਰਕ ਤਾਂ ਪੈਂਦਾ ਦੇ ਵਿੱਚ ਵੇਲਾ ਹੋ ਚੱਲਿਆ ਬਹੁਤ ਛੋਟੇ ਜਿਹੇ ਬ੍ਰੇਕ ਦਾ। ਵਾਪਸ ਆਵਾਂਗੇ ਕੁਝ ਹੋਰ ਖਬਰਾਂ।